ਅੱਜ ਦਾ ਟੌਪਿਕ ਬੇਸਿਕਸ ਆਫ ਮੈਨੇਜਮੈਂਟ ਦੇ ਅੰਡਰ ਮਟੀਰੀਅਲ ਮੈਨੇਜਮੈਂਟ। ਮਟੀਰੀਅਲ ਮੈਨੇਜਮੈਂਟ ਕੀ ਚੀਜ਼ ਹੈ? ਮਟੀਰੀਅਲ ਜਿਹੜਾ ਆਪਾਂ ਯੂਜ਼ ਕਰਨਾ ਇੰਡਸਟਰੀ ਦੇ ਵਿੱਚ ਯੂਜ਼ ਕਰਨਾ ਰਾ ਮਟੀਰੀਅਲ ਹੈ, ਉੱਤੇ ਆਪਾਂ ਪ੍ਰੋਸੈਸ ਕਰਦੇ ਹਾਂ, ਪਰ ਫਿਰ ਸੈਮੀ ਫਿਨਿਸ਼ ਪ੍ਰੋਡਕਟ ਬਣੇਗਾ, ਫਿਨਿਸ਼ ਪ੍ਰੋਡਕਟ ਬਣੇਗਾ। ਮਟੀਰੀਅਲ ਫਲੋ ਕੰਟੀਨਿਊਸ ਰਵੇ, ਮਟੀਰੀਅਲ ਦੀ ਸ਼ਾਰਟੇਜ ਨਾ ਆਵੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਈਟ ਮਟੀਰੀਅਲ ਐਟ ਰਾਈਟ ਟਾਈਮ। ਇਹ ਨਾ ਹੋਵੇ ਕਿ ਸਾਨੂੰ ਮਟੀਰੀਅਲ ਤਾਂ ਚਾਹੀਦਾ ਹੈਗਾ ਆ 10,000 ਰੁਪਏ ਦਾ, ਅਸੀਂ 2 ਲੱਖ ਦਾ ਬਲਾਕ ਕਰਕੇ ਰੱਖ ਲਿਆ, ਫਿਰ ਉਹਦੀ ਮੇਨਟੇਨੈਂਸ ਹੋਏਗੀ, ਉਹਦੀ ਸੁਪਰਵਿਜ਼ਨ ਹੋਏਗੀ, ਚੋਰੀ ਨਾ ਹੋ ਜਾਵੇ। ਸੋ ਮਟੀਰੀਅਲ ਮੈਨੇਜਮੈਂਟ ਇਜ਼ ਐਨ ਅਪਰੋਚ ਫਾਰ ਪਲੈਨਿੰਗ, organizing and controlling all those activities principally concerned with the flow of material into an organization। ਮਟੀਰੀਅਲ ਦਾ ਕੰਟੀਨਿਊਸ ਫਲੋ ਰਵੇ, ਉਹਦੀ ਪਲੈਨਿੰਗ ਕਰਨੀ ਆ, ਆਰਗੇਨਾਈਜ਼ ਕਰਨਾ, ਉਹਨੂੰ ਕੰਟਰੋਲ ਕਰਨਾ। ਅਗਰ ਆਪਾਂ ਨੂੰ ਡਿਫਾਈਨ ਕਰੀਏ ਤਾਂ ਆਪਾਂ ਇਹਨੂੰ ਸਿੰਪਲ ਲੈਂਗੁਏਜ 'ਚ ਡਿਫਾਈਨ ਕਰ ਸਕਦੇ ਹਾਂ। ਇਟ ਇਜ਼ ਕੰਸਰਨਡ ਵਿਦ ਪਲੈਨਿੰਗ, organizing, controlling the flow of material from their initial purchase through internal operation to the service point through distribution। ਸੋ ਫਿਰ ਉਹੀ ਵੀ ਆਪਾਂ ਕਿਉਂ ਮਟੀਰੀਅਲ ਮੈਨੇਜਮੈਂਟ ਪੜ੍ਹਦੇ ਹਾਂ, ਇਹਦੇ ਵਿੱਚ 5 R's ਦੀ ਆਪਾਂ ਗੱਲ ਕਰਾਂਗੇ। ਫਸਟ R ਹੈ ਰਾਈਟ ਕੁਆਲਿਟੀ, second right quantity, third at the right time, fourth at the right place, and fifth for the right cost। So these are 5 R's of material management: right quality, right quantity, the right time, right place, and right cost। ਟੂ ਗੇਨ ਪਰਪਸ ਕੀ ਹੈ ਇਹਦਾ? ਟੂ ਗੇਨ ਇਕੋਨਮੀ ਇਨ ਪਰਚੇਜ਼ਿੰਗ। ਕਿਉਂਕਿ ਮਟੀਰੀਅਲ ਇੱਕ ਬੇਸਿਕ ਇਨਗਰੀਡੀਐਂਟ ਹੈਗਾ, ਜਿਹੜੇ 5 M's ਆਫ ਇੰਡਸਟਰੀ ਦਾ ਜਿਹੜਾ ਇੱਕ ਪਾਰਟ ਹੈ। ਔਰ ਮਟੀਰੀਅਲ ਨੂੰ ਹੀ ਆਪਾਂ ਨੇ ਪ੍ਰੋਸੈਸ ਕਰਨਾ, ਫਿਨਿਸ਼ ਪ੍ਰੋਡਕਟ ਬਣ ਗਿਆ, ਮਾਰਕੀਟ 'ਚ ਭੇਜਾਂਗੇ, ਉਹਨੂੰ ਸੇਲ ਕਰਾਂਗੇ। ਸੋ ਅਗਰ ਮਟੀਰੀਅਲ ਦਾ ਸਾਡੇ ਇਕਨੋਮਿਕਲ ਪਰਚੇਜ਼ ਹੋ ਜਾਵੇ ਤਾਂ ਨਥਿੰਗ ਲਾਈਕ ਦੈਟ। So purpose of material management: to gain economy in purchasing, to satisfy the demand during period of replenishment, to carry reserve stock to avoid stock out। ਕਈ ਵਾਰੀ ਕੀ ਹੁੰਦਾ ਕਿ ਸਾਡੇ ਕੋਲ ਮਟੀਰੀਅਲ ਆਪਾਂ ਧਿਆਨ ਨਹੀਂ ਦਿੰਦੇ, ਕੰਟੀਨਿਊਸ ਫਲੋ ਚੱਲ ਰਿਹਾ, ਸਟਾਕ ਵਿੱਚ ਮਟੀਰੀਅਲ ਹੀ ਹੈ ਨਹੀਂ, ਤਾਂ ਸਾਡਾ ਜੇ ਸਾਰੀ ਐਕਟੀਵਿਟੀ ਜਿਹੜੀ ਇੰਡਸਟਰੀ ਦੀ ਆ ਉਹ ਰੁਕ ਜਾਏਗੀ। ਔਰ ਉੱਤੋਂ ਸਾਨੂੰ ਖਰਚੇ ਪੈਣੇ ਸ਼ੁਰੂ ਹੋ ਜੂਗੇ, ਲੇਬਰ ਦਾ ਖਰਚਾ ਪਏਗਾ, ਮਸ਼ੀਨਰੀ ਦਾ ਖਰਚਾ ਪਏਗਾ। ਠੀਕ ਹੈ, ਅਗਲੇ ਟੌਪਿਕਸ ਦੇ ਵਿੱਚ ਆਪਾਂ ਇਹ ਸਾਰੀਆਂ ਚੀਜ਼ਾਂ ਡਿਸਕਸ ਕਰਾਂਗੇ। ਟੂ ਸਟੇਬਲਾਈਜ਼ ਦੀ ਫਲਕਚੁਏਸ਼ਨ ਇਨ ਕੰਜ਼ੰਪਸ਼ਨ। ਕਈ ਵਾਰੀ ਆਰਡਰ ਜ਼ਿਆਦਾ ਆ ਗਿਆ, ਡਿਮਾਂਡ ਜ਼ਿਆਦਾ ਆ, ਸਾਡੇ ਕੋਲ ਮਟੀਰੀਅਲ ਜ਼ਿਆਦਾ ਚਾਹੀਦਾ, ਕਈ ਵਾਰੀ ਮਟੀਰੀਅਲ ਘੱਟ ਚਾਹੀਦਾ। ਸੋ ਦੀਜ਼ ਆਰ ਫਲਕਚੁਏਸ਼ਨਸ ਇਨ ਮਟੀਰੀਅਲ। ਸੋ ਇਸ ਫਲਕਚੁਏਸ਼ਨ ਨੂੰ ਸਟੇਬਲਾਈਜ਼ ਕਰਨ ਦੇ ਲਈ ਆਪਾਂ ਇਹ ਸਟੱਡੀ ਕਰਾਂਗੇ। ਹੁਣ ਮਟੀਰੀਅਲ ਮੈਨੇਜਮੈਂਟ ਦੇ ਫੰਕਸ਼ਨ ਕੀ ਹੈ, ਕੀ ਕੰਮ ਕਰਨਾ ਮਟੀਰੀਅਲ ਮੈਨੇਜਮੈਂਟ ਡਿਪਾਰਟਮੈਂਟ ਨੇ? ਮਟੀਰੀਅਲ ਪਲੈਨਿੰਗ, ਸਭ ਤੋਂ ਪਹਿਲਾਂ ਮਟੀਰੀਅਲ ਪਲਾਨ ਕਰਾਂਗੇ। ਸਾਨੂੰ ਕਿਸ ਪ੍ਰੋਪਰਟੀ ਦਾ, ਕਿਸ ਟਾਈਪ ਦਾ, ਕਿਹੜਾ ਮਟੀਰੀਅਲ ਚਾਹੀਦਾ, ਕਿੰਨਾ ਮਟੀਰੀਅਲ ਚਾਹੀਦਾ, ਉਹਦੀ ਕੁਆਲਿਟੀ ਕੀ ਹੋਏਗੀ, ਉਹਦੀ ਕੁਆਂਟੀਟੀ ਕੀ ਹੋਏਗੀ, ਕਿਸ ਟਾਈਮ 'ਤੇ ਚਾਹੀਦਾ। ਇਹ ਸਾਰੀਆਂ ਚੀਜ਼ਾਂ ਆਪਾਂ ਪਲਾਨ ਕਰ ਲਵਾਂਗੇ। ਫਿਰ ਉਸ ਪਲੈਨਿੰਗ ਦੇ ਅਕੋਰਡਿੰਗ ਟੂ ਦੈਟ ਪਲੈਨਿੰਗ ਨਾਓ ਵੀ ਆਰ ਗੋਇੰਗ ਟੂ ਪਰਚੇਜ਼ ਦੀ ਮਟੀਰੀਅਲਸ। ਪਰਚੇਜ਼ਿੰਗ ਆਫ ਮਟੀਰੀਅਲ। ਹੁਣ ਮਟੀਰੀਅਲ ਪਰਚੇਜ਼ ਕਰ ਲਿਆ, ਮਟੀਰੀਅਲ ਹੁਣ ਆਪਾਂ ਰਿਸੀਵ ਕਰਾਂਗੇ, ਰਿਸੀਵ ਕਰਕੇ ਤਾਂ ਉਹਦੀ ਸਟੋਰਿੰਗ ਕਰਾਂਗੇ ਮਟੀਰੀਅਲ ਦੀ। ਇਹ ਤਾਂ ਹੈ ਨਹੀਂ ਕਿ ਮਟੀਰੀਅਲ ਜਿਹੜਾ ਹੈਗਾ ਅਸੀਂ ਐਜ਼ ਇਟ ਇਜ਼ ਕਿਤੇ ਵੀ ਰੱਖ ਦੇਵਾਂਗੇ। ਦੈਨ ਇਨਵੈਂਟਰੀ ਕੰਟਰੋਲ, ਸਟੋਰੇਜ ਐਂਡ ਸਟੋਰ ਐਡਮਿਨਿਸਟ੍ਰੇਸ਼ਨ, ਸਟੈਂਡਰਡਾਈਜੇਸ਼ਨ, ਸਪੈਸੀਫਿਕੇਸ਼ਨ, ਵੈਲਿਊ ਐਨਾਲਿਸਿਸ। ਇਹ ਸਾਰੀਆਂ ਟੈਕਨੀਕਸ ਹੈਗੀਆਂ ਜਿਹੜੀਆਂ ਆਪਾਂ ਅੱਗੇ ਫਰਦਰ ਸਟੱਡੀ ਕਰਾਂਗੇ। ਟਰਾਂਸਪੋਰਟੇਸ਼ਨ,
transportation, it may be internal, it may be external. Then production control. So disposal of scrap, surplus, old and obsolete material. Now, ਇਹਦੇ ਵਿੱਚ ਮੈਂ ਇੱਕ word use ਕੀਤਾ inventory control. Now, what do you mean by inventory? Inventory is a part of material. It may be raw material, semi-finished product, finished product. ਉਹ ਮਟੀਰੀਅਲ ਤੱਕ ਬਹੁਤ ਵਾਸਟ ਟਰਮੀਨੋਲੋਜੀ ਆ। ਇਨਵੈਂਟਰੀ ਉਹਦੇ ਵਿੱਚ ਉਹ ਆ ਜਿਹੜਾ ਮਟੀਰੀਅਲ ਸਾਨੂੰ ਚਾਹੀਦਾ, ਉਸ ਪਾਰਟੀਕੂਲਰ ਮਟੀਰੀਅਲ ਜਿਹੜਾ ਆ, ਚਾਹੇ ਉਹ ਰਾ ਮਟੀਰੀਅਲ ਦੀ ਫਾਰਮ 'ਚ ਆ, ਚਾਹੇ ਉਹ ਸੈਮੀ ਫਿਨਿਸ਼ਡ ਪ੍ਰੋਡਕਟ ਆ, ਚਾਹੇ ਉਹ ਫਿਨਿਸ਼ਡ ਪ੍ਰੋਡਕਟ ਆ। ਸੋ ਇਨਵੈਂਟਰੀ ਇਨਕਲੂਡਸ ਰਾ ਮਟੀਰੀਅਲ, ਇਨ ਪ੍ਰੋਸੈਸ ਮਟੀਰੀਅਲ ਜਿਹਦੇ ਉੱਤੇ ਪ੍ਰੋਸੈਸ ਹੋ ਰਿਹਾ, ਫਿਨਿਸ਼ਡ ਪਾਰਟਸ, ਸਟੈਂਡਰਡ ਕੰਪੋਨੈਂਟ, goods assisting in production, tools, fuels, lubricant, coolant, welding rods, fixtures, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ, it is a part of inventory. So now inventory management techniques ਦੀ ਅਗਰ ਆਪਾਂ ਗੱਲ ਕਰੀਏ ਤੇ ਮਟੀਰੀਅਲ ਆਪਾਂ ਨੇ ਦੇਖ ਲਿਆ ਸਾਨੂੰ ਕਿੰਨਾ ਚਾਹੀਦਾ, ਪਾਰਟੀਕੂਲਰ ਟਾਈਪ ਦਾ ਮਟੀਰੀਅਲ ਕਿਹੜਾ ਚਾਹੀਦਾ। Now question arises, when we have to order the material, किस टाइम ते मटीरियल असी ऑर्डर करना, किन्ना मटीरियल ऑर्डर करना ताकि सानू इकनॉमिकल पवे। सो मटीरियल दी अगर मैं एक ग्राफ की हैल्प दे नाल तुहानू मैं चीज़ करवाऊँगा। सो मैं कैमरा जड़ा चेंज कर रहे हैं। I think during video ये कैमरा चेंज शायद नहीं हो रहा। So economic order quantity, so you can see like this. So this is economic order quantity. So this is graph. I think now it is visible to you, but it is a mirror image anyhow. So concentrate on this graph. This is economic order quantity. This formula is, if we analytically we have to calculate analytically, EOQ is equal to 2 into D into O over C square root, where D is demand in unit, O is ordering cost per order, C is carrying cost per unit. So in this graph, this is ordering cost. इधर cost होएगी, ਇਹ ਕਾਸਟ ਹੈ। ਜਿੱਦਾਂ ਅਸੀਂ ਆਰਡਰਿੰਗ ਕਾਸਟ ਐਜ਼ ਪਰ ਕੁਆਂਟੀਟੀ, ਇਹ ਜਿਹੜੀ ਆਰਡਰਿੰਗ ਕਾਸਟ ਆ ਇਹ ਘਟਦੀ ਜਾਏਗੀ। ਕੈਰਿੰਗ ਕਾਸਟ, ਦਿਸ ਇਜ਼ ਕੈਰਿੰਗ ਕਾਸਟ, ਇਹ ਵੱਧਦੀ ਜਾਏਗੀ। ਸੋ ਇਹ ਇਹਨਾਂ ਦੀ ਦੋਨਾਂ ਦੀ ਇੱਕ ਐਵਰੇਜ ਵੈਲਿਊ ਆ ਗਈ। ਸੋ ਦਿਸ ਇਜ਼ ਦੀ ਪੁਆਇੰਟ। ਇਸ ਪੁਆਇੰਟ ਨੂੰ ਆਪਾਂ ਕਹਾਂਗੇ ਇਕਨੋਮਿਕ ਆਰਡਰ ਪੁਆਇੰਟ। ਸੋ ਦਿਸ ਇਜ਼ ਮਿਨੀਮਮ ਕਾਸਟ. Minimum cost is at this point. Let us say the order quantity is 1000 unit, then minimum cost is this, and if order quantity is less than 1000, that is 750, then then total cost is cost A, much higher than minimum cost. अगर असी इनू यूनिट घटाते जेडे परचेज करने वाले हैं, यूनिट घटाते ਆਪਾਂ ਨੇ ਤਾਂ ਜਿਹੜੀ ਇਹਦੀ ਕਾਸਟ ਆ ਉਹ ਕਾਸਟ A, ਦਿਸ ਇਜ਼ ਕਾਸਟ A ਵੱਧ ਗਈ। ਇੱਕ ਰੋਂਗ ਕਨਸੈਪਟ ਆ ਕਿ ਜੇ ਅਸੀਂ ਜ਼ਿਆਦਾ ਮਟੀਰੀਅਲ ਆਰਡਰ ਕਰਾਂਗੇ ਸਾਨੂੰ ਸਸਤਾ ਪਊਗਾ। ਇਟ ਇਜ਼ ਨਾਟ ਟਰੂ। ਅਗਰ ਆਪਾਂ 1200 ਮਟੀਰੀਅਲ ਪਰਚੇਜ਼ ਕਰਦੇ ਹਾਂ 1000 ਦੀ ਜਗ੍ਹਾ ਤੇ ਐਜ਼ ਪਰ ਦਿਸ ਅਜ਼ੰਪਸ਼ਨ, ਇਹ ਮਟੀਰੀਅਲ ਸਾਨੂੰ ਫਿਰ ਮਿਨੀਮਮ ਕਾਸਟ ਤੋਂ ਸਸਤਾ ਪੈਣਾ ਚਾਹੀਦਾ। ਅਗਰ ਇਹ 1200 ਤੇ ਦੇਖੀਏ ਤਾਂ ਇਹ ਕਾਸਟ ਇਟ ਇਜ਼ ਐਟ ਪੁਆਇੰਟ B, ਇਹ ਕਾਸਟ B ਤੇ ਆ ਗਿਆ। So cost B is again greater than minimum cost. So this graph shows that this is economic order point and this is economic order quantity. यही एक ऐसी quantity है जे असी इनू order करांगे तो इहदी cost minimum होएगी, सानू ये सस्ती पएगी।
Now this is economic order quantity. Now we can ਇਹਨੂੰ ਗ੍ਰਾਫਿਕਲੀ ਵੀ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਔਰ ਇਹਨੂੰ ਐਨਾਲਿਟਿਕਲੀ ਵੀ ਕੈਲਕੂਲੇਟ ਕਰ ਸਕਦੇ ਹਾਂ। ਕੁਝ ਟਰਮਸ ਆਪਾਂ ਯੂਜ਼ ਕਰਾਂਗੇ ਸਿੰਪਲ ਮਾਡਲ ਦੇ ਵਿੱਚ। ਨਾਓ ਦਿਸ ਇਜ਼ ਸਿੰਪਲ ਮਾਡਲ। you can see on this my book page number 69 IPH book. This is simple model. So we can explain this. This is order, this is quantity, and this is average consumption. Here is point, क्योंकि ਇੱਥੇ ਆ ਕੇ ਮਟੀਰੀਅਲ ਸਾਰਾ ਖਤਮ ਹੋ ਜਾਣਾ, ਅਸੀਂ ਆਰਡਰ ਇੱਥੇ ਕਰਨਾ ਰੀਆਰਡਰ ਪੁਆਇੰਟ। this L is this is ਰੀਆਰਡਰ ਪੁਆਇੰਟ। L is ਲੀਡ ਟਾਈਮ। ਲੀਡ ਟਾਈਮ ਦਾ ਮਤਲਬ ਕੀ ਆ ਕਿ ਜਿੰਨਾ ਟਾਈਮ ਸਾਨੂੰ ਲੱਗੇਗਾ ਮਟੀਰੀਅਲ ਪਹੁੰਚਣ ਦੇ ਲਈ, ਉਹਨੂੰ ਆਪਾਂ ਲੀਡ ਟਾਈਮ ਕਵਾਂਗੇ। ਅਸੀਂ ਲੀਡ ਟਾਈਮ ਨੂੰ ਧਿਆਨ ਵਿੱਚ ਰੱਖਦੇ ਹੋਏ ਰੀਆਰਡਰ ਲੈਵਲ ਕੁਆਂਟੀਟੀ ਕਿੰਨੀ ਰਹਿ ਗਈ, ਕਿੰਨਾ ਟਾਈਮ ਪਹਿਲਾਂ ਅਸੀਂ ਆਰਡਰ ਕਰਨਾ, ਤਾਂ ਕਿ ਜਦੋਂ ਤੱਕ ਮਟੀਰੀਅਲ ਖਤਮ ਹੋਵੇ ਤਾਂ ਇਹ ਸਾਡੇ ਕੋਲ ਜਿਹੜਾ ਸਾਰੇ ਦਾ ਸਾਰਾ ਸਾਡਾ ਕੰਟੀਨਿਊਸ ਫਲੋ ਚੱਲਦਾ ਰਹੇ। ਹੁਣ ਕੀ ਹੋ ਸਕਦਾ ਕਿ ਸਟ੍ਰਾਈਕ ਹੋ ਗਈ, ਟ੍ਰੈਫਿਕ ਬਲੌਕ ਹੋ ਗਿਆ, ਸਾਡਾ ਰੀਆਰਡਰ ਪੁਆਇੰਟ 3 ਤੋਂ 5 ਦਿਨ ਦਾ ਸੀ, 5 ਦਿਨਾਂ ਦੇ ਵਿੱਚ ਮਟੀਰੀਅਲ ਨਹੀਂ ਪਹੁੰਚਿਆ, ਤੇ ਫਿਰ ਆਪਾਂ ਕੀ ਕਰਾਂਗੇ? ਚਲ ਮੈਂ ਇੱਕ ਤੁਹਾਨੂੰ ਗੱਲ ਪੁੱਛਦਾ, ਆਪਾਂ ਸਕੂਟਰ ਚਲਾਉਂਦੇ ਹਾਂ ਜਾਂ ਮੋਟਰਸਾਈਕਲ ਚਲਾਉਂਦੇ ਹਾਂ, ਜੋ ਤੇਲ ਪਵਾ ਲਿਆ, ਆਪਾਂ ਜਾ ਰਹੇ ਹਾਂ, ਤੇਲ ਖਤਮ ਹੋ ਗਿਆ, ਫਿਰ ਆਪਾਂ ਕੀ ਕਰਦੇ ਹਾਂ? ਫਿਰ ਆਪਾਂ ਰਿਜ਼ਰਵ ਲਗਾਉਂਦੇ ਹਾਂ। ਸੇਫਟੀ ਸਟਾਕ ਉਹਦੇ ਵਿੱਚ ਹੁੰਦਾ, ਇੱਕ ਰਿਜ਼ਰਵ ਲਗਾਇਆ, ਉਹ 'ਚ ਥੋੜ੍ਹਾ ਜਿਹਾ ਪੌਣਾ ਲੀਟਰ ਜਾਂ ਲੀਟਰ ਡਿਪੈਂਡ ਕਰਦਾ ਕਿਹੜਾ ਬ੍ਰਾਂਡ ਆ, ਉਹਦੇ ਵਿੱਚ ਤੇਲ ਹੋਏਗਾ, ਤਾਂ ਕਿ ਤੁਸੀਂ ਕਿਸੇ ਨਾਲ ਨੀਅਰੈਸਟ ਪੈਟਰੋਲ ਪੰਪ 'ਤੇ ਪਹੁੰਚ ਜਾਓ। ਸੇਮ ਇਸੇ ਤਰ੍ਹਾਂ ਜਦੋਂ ਸਾਡੇ ਕੋਲ ਮਟੀਰੀਅਲ ਖਤਮ ਹੋ ਗਿਆ, ਲੀਡ ਟਾਈਮ ਕਿਸੇ ਵੀ ਵਜ੍ਹਾ ਦੇ ਕਰਕੇ ਸਾਡੇ ਕੋਲ ਮਟੀਰੀਅਲ ਨਹੀਂ ਪਹੁੰਚਿਆ, ਰਸਤੇ 'ਚ ਗੱਡੀ ਖਰਾਬ ਹੋ ਗਈ, ਜਾਂ ਕੋਈ ਸਟ੍ਰਾਈਕ ਸੀ, ਜਾਂ ਕੋਈ ਰਾਈਟਸ ਹੋ ਗਏ, ਕਰਫਿਊ ਲੱਗ ਗਿਆ, ਤਾਂ ਅਸੀਂ ਬਫਰ ਸਟਾਕ ਜਿਹੜਾ ਆ, ਸੇਫਟੀ ਸਟਾਕ ਰੱਖਦੇ ਹਾਂ 5 ਤੋਂ 10 ਦਿਨ ਦਾ, ਤਾਂ ਕਿ ਅਗਰ ਸਾਨੂੰ ਟਾਈਮ ਲੱਗਦਾ ਤਾਂ ਅਸੀਂ ਉਸ ਸਟਾਕ ਨੂੰ ਯੂਜ਼ ਕਰ ਸਕਦੇ ਹਾਂ। ਇਨਵੈਂਟਰੀ ਕੰਟਰੋਲ ਟੈਕਨੀਕਸ ਦੇ ਵਿੱਚ ਆਪਾਂ ਮਟੀਰੀਅਲ ਜਿਹੜੇ ਹੈਗੇ ਆ, ਅਗਰ ਆਪਾਂ ਉਹਨਾਂ ਨੂੰ ਡਿਫਾਈਨ ਕਰੀਏ, ABC ਐਨਾਲਿਸਿਸ, ਇਹ ਮਟੀਰੀਅਲ ਉਹ ਆ ਜਿਹੜੇ ਬਹੁਤ ਕੋਸਟਲੀ ਆ, ਜਿਨ੍ਹਾਂ ਦੇ ਉੱਪਰ 70% ਇਨਵੈਸਟਮੈਂਟ ਹੋਈ ਹੋਈ ਆ, ਪਰ ਉਹ ਮਟੀਰੀਅਲ ਕੀ ਹੁੰਦੇ ਆ 10 ਤੋਂ 15%। ਫਿਰ B ਮਟੀਰੀਅਲ ਆ ਜਿੱਥੇ 20% ਇਨਵੈਸਟਮੈਂਟ ਹੋਈ ਹੋਈ ਆ, ਪਰ ਉਹ ਮਟੀਰੀਅਲ ਕਿੰਨੇ ਆ 20%। C ਮਟੀਰੀਅਲ ਐਸਾ ਆ ਵੀ ਜਿਹਦੇ ਵਿੱਚ 70% ਮਟੀਰੀਅਲ ਆ, ਪਰ ਇਨਵੈਸਟਮੈਂਟ ਕਿੰਨੀ 10%। ਸੋ ਤੁਸੀਂ ਕਿਸ ਮਟੀਰੀਅਲ ਨੂੰ ਸੰਭਾਲੂਗੇ? A ਨੂੰ, B ਨੂੰ, C ਨੂੰ। ਜੇ ਅਸੀਂ 15% ਮਟੀਰੀਅਲ, 10 ਤੋਂ 15% ਮਟੀਰੀਅਲ ਨੂੰ ਸੰਭਾਲ ਲਈਏ, ਉਹਨੂੰ ਸਿਕਿਉਰ ਕਰ ਲਈਏ, ਉਹਨੂੰ ਚੋਰੀ ਹੋਣ ਤੋਂ ਬਚਾ ਲਈਏ, ਉਹਦੇ ਉੱਤੇ ਸਾਡੀ 70% ਇਨਵੈਸਟਮੈਂਟ ਹੈ। ਇਹਦਾ ਮਤਲਬ ਅਸੀਂ 70% ਜਿਹੜੀ ਇਨਵੈਸਟਮੈਂਟ ਹੈ ਉਹਨੂੰ ਸੇਵ ਕਰ ਲਿਆ। ਜਿਸ ਤਰ੍ਹਾਂ ਘਰਾਂ ਦੇ ਵਿੱਚ ਗੋਲਡ ਹੁੰਦਾ, ਅਸੀਂ ਗੋਲਡ ਕੋਈ ਬਾਹਰ ਤਾਂ ਨਹੀਂ ਰੱਖਦੇ, ਹੁਣ ਬੜਾ ਸੰਭਾਲ ਕੇ ਰੱਖਦੇ ਆ, ਕਿਉਂਕਿ ਇਹ ਕੈਟਾਗਰੀ ਬਹੁਤ ਕੋਸਟਲੀ ਆ, ਹੁੰਦਾ ਥੋੜ੍ਹਾ ਜਿਹਾ ਹੀ। ਹੁਣ ਤੁਸੀਂ ਬਾਹਰ ਰੇਤਾ ਜਾਂ ਬਜਰੀ ਦੀ ਟਰਾਲੀ ਸਟਾਈ ਆ, ਤਾਂ ਉਹਨੂੰ ਅੰਦਰ ਕਮਰਿਆਂ ਦੇ ਵਿੱਚ ਤਾਂ ਨਹੀਂ ਰੱਖਦੇ। ਦੈਟ ਇਜ਼ ਸੀ ਟਾਈਪ ਮਟੀਰੀਅਲ। ਅਗਰ ਕੋਈ ਵਿੱਚੋਂ ਡੋਲੂ ਲੈ ਵੀ ਗਿਆ, ਭਰ ਕੇ ਬੁੱਕ ਭਰ ਕੇ ਲੈ ਗਿਆ, ਡਜ਼ਨਟ ਮੈਟਰ, ਕਿਉਂਕਿ ਉਸ ਇਨਵੈਸਟਮੈਂਟ ਘੱਟ ਆ, ਮਟੀਰੀਅਲ ਜ਼ਿਆਦਾ ਆ। ਓਕੇ, ਥੈਂਕ ਯੂ। ਇਹਦੇ ਬਾਰੇ ਆਪਾਂ ਇੱਕ ਪੁਆਇੰਟ ਹੋਰ ਮੈਂ ਤੁਹਾਨੂੰ ਡਿਸਕਸ ਕਰੂੰਗਾ, ਜਸਟ ਇਨ ਟਾਈਮ। ਜਸਟ ਇਨ ਟਾਈਮ ਜੈਟ ਟੈਕਨੀਕ ਹੈ। ਮੰਨ ਲਓ ਤੁਹਾਡੇ ਕੋਲ ਸਾਰੇ ਵਰਕਰ ਕੰਮ ਕਰਦੇ ਪਏ ਆ, ਸਾਰੀਆਂ ਮਸ਼ੀਨਾਂ ਬਿਜ਼ੀ ਆ, ਤੁਹਾਨੂੰ ਐਮਰਜੈਂਸੀ ਆਰਡਰ ਆ ਗਿਆ। ਹੁਣ ਤੁਸੀਂ ਕੀ ਕਰੋਗੇ? ਸਾਰੇ ਜਿੱਥੇ ਇੱਕ ਬੰਦਾ ਇੱਕ ਮਸ਼ੀਨ ਸਪੇਅਰ ਕਰਕੇ 1-2 ਬੰਦੇ ਕੱਢੋਗੇ, ਤਾਂ ਉਹ ਐਮਰਜੈਂਸੀ ਦੇ ਵਿੱਚ ਆਰਡਰ ਤਿਆਰ ਕਰੋਗੇ, ਕਿਉਂਕਿ ਤੁਹਾਨੂੰ 4 ਪੈਸੇ ਚੰਗੇ ਦੇ ਰਿਹਾ ਆਰਡਰ ਉਹਨੂੰ। ਸੋ ਜਸਟ ਇਨ ਟਾਈਮ ਟੈਕਨੀਕ ਕੀ ਹੈਗਾ ਕਿ ਜਿਹੜਾ ਤੁਹਾਡੀ ਰੂਟੀਨ ਪਲੈਨਿੰਗ ਆ, ਉਹ ਤੋਂ ਪਾਰਸ਼ਲੀ ਮੋਡੀਫਾਈ ਕਰਕੇ ਉਹਦੇ ਵਿੱਚੋਂ ਤੁਸੀਂ ਵਰਕਰ ਔਰ ਮਸ਼ੀਨਰੀ ਸਪੇਅਰ ਕਰਕੇ
ਜਿਹੜੇ ਆਪਾਂ ਕੰਮ ਕਰਦੇ ਆ, ਪ੍ਰੋਡਕਸ਼ਨ ਕਰਦੇ ਆ, ਤਾਂ ਕਿ ਤੁਹਾਡੀ ਜਿਹੜੀ ਪ੍ਰੈਜ਼ੈਂਟ ਪ੍ਰੋਡਕਸ਼ਨ ਆ ਉਹ ਵੀ ਇਫੈਕਟ ਨਾ ਕਰੇ। ਤਾਂ ਉਸ ਚੀਜ਼ ਨੂੰ ਆਪਾਂ ਕਹਿੰਦੇ ਆ ਜਸਟ ਇਨ ਟਾਈਮ ਟੈਕਨੀਕ। ਸੋ ਨੈਕਸਟ ਜਿਹੜਾ ਆਪਾਂ ਕਰਾਂਗੇ ਮਾਰਕੀਟਿੰਗ ਮੈਨੇਜਮੈਂਟ। ਇੱਥੇ ਤੱਕ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਇਨਬਾਕਸ ਦੇ ਵਿੱਚ ਮੈਸੇਜ ਕਰ ਸਕਦੇ ਆ। ਜਿਹੜੀਆਂ 2 ਫਿਗਰ ਸੀਗੀਆਂ, ਜਿਹੜੀਆਂ ਗ੍ਰਾਫ, ਉਹ ਮੈਂ ਵੀ ਭੇਜ ਦਿੰਦਾ, ਵੀਡੀਓ ਦੇ ਨਾਲ ਹੀ ਪਾ ਦਿੰਦਾ ਤਾਂ ਕਿ ਤੁਸੀਂ ਉਹਨੂੰ ਸਟੱਡੀ ਕਰ ਸਕੋ। ਥੈਂਕ ਯੂ।